ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋਣ ਜਾ ਰਹੇ ਤੇ ਉਹਨਾਂ ਦਾ ਇਲੈਕਸ਼ਨ 100 ਸਾਲ ਦੇ ਵਿੱਚ ਦਾਖਲ ਹੁੰਦਿਆਂ ਪਹਿਲਾ ਇਲੈਕਸ਼ਨ ਜਸਟਿਸ ਐਸ ਸਾਰੋਂ ਕਰਨਗੇ। ਕਿਵੇਂ ਸੋਚਦੇ ਇਸ ਚੀਜ਼ ਨੂੰ? ਇਹ ਬੜੀ ਹਿਸਟੋਰਿਕ ਗੱਲ ਹੈ ਜੀ। ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਸੈਂਟਰ ਗਵਰਨਮੈਂਟ ਨੇ ਅਨਾਉਂਸ ਕਰ ਦਿੱਤੀਆਂ। ਕਦੋਂ ਤੱਕ ਇਹ ਚੋਣਾਂ ਹੋ ਸਕਦੀਆਂ? ਇਹ ਅਸੀਂ ਤਾਂ ਤਿਆਰੀ ਕਰਨੀ ਹੈ ਕਿ ਜਿਹੜੀ ਇਲੈਕਸ਼ਨ ਕਦੋਂ ਹੋਣੀਆਂ ਨੇ ਇਹ ਸੈਂਟਰ ਗਵਰਨਮੈਂਟ ਹੀ ਨੋਟੀਫਾਈ ਕਰਨਗੇ। ਹੁਣ ਸਹਿਜਧਾਰੀ ਵੋਟਰ ਹੋਣਗੇ ਜਾਂ ਨਹੀਂ ਹੋਣਗੇ, ਇਸ ਨੂੰ ਲੈ ਕੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੀ ਸੋਚ ਰਿਹਾ ਔਰ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਗੁਰਦੁਆਰਾ ਕਮਿਸ਼ਨ ਵਿਲ ਗੋ ਬਾਈ ਦੀ ਐਕਟ ਦੇ ਵਿੱਚ ਉਹਨਾਂ ਨੂੰ ਨਹੀਂ ਕਰ ਸਕਦੇ ਕਿ ਹਰਿਆਣੇ ਦੇ ਸਿੱਖ ਐਸਜੀਪੀਸੀ ਲਈ ਵੋਟ ਕਰਨਗੇ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟ ਕਰਨਗੇ। ਹਰਿਆਣੇ ਦੇ ਵਿੱਚ ਆਪਣੇ ਵੱਲੋਂ ਅਜੇ ਇੰਸਟਰਕਸ਼ਨ ਤੁਸੀਂ ਦੇਣੀਆਂ ਕਿ ਹਰਿਆਣੇ ਦੇ ਡੀਸੀ ਜਿਹੜੀਆਂ ਵੋਟਰ ਸੂਚੀਆਂ ਬਣਾਉਣ? ਇਸ ਬਾਰੇ ਸਟੱਡੀ ਕਰਾਂਗੇ ਜੀ ਔਰ ਲੀਗਲ ਰਾਏ ਲਵਾਂਗੇ। ਜਿਸ ਤਰ੍ਹਾਂ ਦੇ ਨਾਲ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਾਂ ਪੰਜਾਬ ਤੋਂ ਬਾਹਰਲੀਆਂ ਸਟੇਟਸ ਦੇ ਵਿੱਚ ਬੈਠੇ ਨੇ, ਕਿਆ ਉਹ ਅਜੇ ਵੋਟ ਕਰਨਾ ਚਾਹਣ ਤੇ ਉਹਨਾਂ ਲਈ ਕੋਈ ਵਿਵਸਥਾ ਹੋਏਗੀ? ਮੈਂ ਇਸ ਸਟੇਜ ਤੇ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਤੁਸੀਂ ਫਿਲਹਾਲ ਅਜੇ ਵੀ ਕਮਿਸ਼ਨਰ ਹੈਗੇ ਹੋ ਰੈਵਨਿਊ ਕਮਿਸ਼ਨ ਉਹ ਫॉर द ਟਾਈਮ ਬਿੰਗ ਜੋ ਵਾਈਂਡਿੰਗ ਅਪ ਹੀ ਕਰਨੀ ਹੈ। ਉਹ ਛੱਡ ਰਹੇ ਹੋ ਤਾਂ ਛੱਡ ਦਿਓਗੇ? ਹੌਲੀ ਹੌਲੀ ਇੰਡਿਊ ਕੋਰਸ ਉਹ ਛੱਡਣਾ ਹੀ ਹੈਗਾ। ਇਹ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਕੀ ਹੈਗਾ ਜੋ ਜਸਟਿਸ ਐਸ ਸਾਰੋਂ ਨੇ ਬਣਾਇਆ? ਵੀ ਕਿਸੇ ਵੀ ਕੀਮਤ ਤੇ ਜਿਹੜਾ ਜ਼ਮੀਨ ਠੇਕੇ ਤੇ ਦੇਗਾ ਉਹਨੂੰ ਜਿਹੜਾ ਟੈਨੈਂਟ ਹੋਏਗਾ, ਜਿਹੜਾ ਲੈਸੀ ਹੋਏਗਾ, ਉਹਨੂੰ ਮਾਲਕਾਨਾ ਹੱਕ ਨਹੀਂ ਮਿਲੇਗਾ। ਕੱਲ ਨੂੰ ਅਗਰ ਜੇ ਇਸ ਤਰ੍ਹਾਂ ਹੁੰਦਾ ਕੋਈ ਕਿਸਾਨ ਆਪਣੀ ਜ਼ਮੀਨ ਠੇਕੇ ਤੇ ਕਿਸੇ ਕੰਪਨੀ ਨੂੰ ਵੀ ਦਿੰਦਾ ਤੇ ਕੰਪਨੀ ਉਸ ਜ਼ਮੀਨ ਨੂੰ ਹੜਪ ਨਹੀਂ ਸਕਦੀ? ਉਹਦੇ ਵਿੱਚ ਜੋ ਕੰਪਨੀ ਐਗਰੀਮੈਂਟ ਕਰਾਏਗੀ ਉਹ ਨਹੀਂ ਹੋਏਗੀ, ਉਹ ਐਗਰੀਮੈਂਟ ਅਕੋਰਡਿੰਗ ਟੂ ਦ ਰੂਲਸ ਹੋਏਗੀ ਜਿਹਦੇ ਵਿੱਚ ਫਾਰਮੈਟ ਹੁੰਦਾ, ਤਾਂ ਕਿ ਉਹਦਾ ਜਿਹੜਾ ਜ਼ਿਮੀਂਦਾਰ ਦਾ ਮਾਲਕਾਨਾ ਹੱਕ ਨੇ ਉਹ ਪੂਰੇ ਕਾਇਮ। ਜਿਹੜੇ ਪੁਰਾਣੇ 6 ਸੀਗੇ ਕਾਨੂੰਨ ਬਣੇ ਹੋਏ ਉਹ ਰੱਦ ਹੋ ਜਾਣਗੇ ਔਰ ਇਹ ਨਵਾਂ ਐਕਟ ਉਹਦੀ ਜਗ੍ਹਾ ਲੈ ਲਏਗਾ। ਲੀਗਲ ਵਰਲਡ ਦੇ ਵਿੱਚ ਜਸਟਿਸ ਐਸ ਸਾਰੂ ਦਾ ਨਾਮ ਬਹੁਤ ਹੀ ਸਨਮਾਨ ਦੇ ਨਾਲ ਲਿਆ ਜਾਂਦਾ ਹੈ। ਕਿਸ ਤਰ੍ਹਾਂ ਦੇ ਨਾਲ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ, ਗੁਰਦੁਆਰਾ ਚੋਣ ਕਮਿਸ਼ਨ ਕਿਸ ਤਰ੍ਹਾਂ ਦੇ ਨਾਲ ਤਿਆਰੀ ਕਰ ਰਿਹਾ ਹੈ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਖੁਦ ਜਸਟਿਸ ਐਸ ਸਾਰੂ ਜੁੜ ਰਹੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਥੈਂਕ ਯੂ ਸੋ ਮਚ ਜੀ। ਸਭ ਤੋਂ ਪਹਿਲਾਂ ਪਾਟਿਆ ਸਾਹਿਬ ਮੈਂ ਸ਼ੁਕਰਗੁਜ਼ਾਰ ਹਾਂ ਦੈਨਿਕ ਸਵੇਰਾ ਟੀਵੀ ਦਾ, ਜਿਨ੍ਹਾਂ ਨੇ ਇਸ ਅਹਿਮ ਮੁੱਦੇ 'ਤੇ ਗੱਲਬਾਤ ਕਰਨ ਦੇ ਸੋਚਿਆ ਔਰ ਇਹ ਮੌਕਾ ਮੈਨੂੰ ਦਿੱਤਾ। ਸਰ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਕਰੀਬਨ 9 ਮਹੀਨੇ ਬਾਅਦ ਤੁਸੀਂ ਆਪਣਾ ਅਹੁਦਾ ਸੰਭਾਲਿਆ, ਇਹਨਾਂ ਸਮਾਂ ਕਿਉਂ ਲੱਗ ਗਿਆ? ਦੇਖੋ, 9 ਮਹੀਨੇ ਬਾਅਦ ਪਾਟਿਆ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ 11 ਸਾਲ 2011 ਤੋਂ 10 ਸਾਲ ਤਾਂ ਦਫ਼ਤਰ ਦੇਖੋ ਬੰਦ ਹੀ ਰਿਹਾ ਹੈਗਾ। ਦਫ਼ਤਰ ਦੀ ਸਾਰੀ ਰੈਨੋਵੇਸ਼ਨ ਹੋਣੀ ਸੀ, ਸਾਰੇ ਨਵੇਂ ਉੱਥੇ ਸਟਾਫ ਹੋਣਾ ਹੈਗਾ, ਸਾਰਾ ਕੁਝ ਹੋਣਾ। ਇਸ ਦੌਰਾਨ ਜੀ ਕੋਵਿਡ ਦਾ ਬਹੁਤ ਕਹਿਰ ਰਿਹਾ ਜੀ, ਮਹਾਮਾਰੀ ਬਹੁਤ ਜ਼ਿਆਦਾ ਰਹੀ ਹੈਗੀ, ਜਿਹਦੇ ਕਰਕੇ ਕੰਮ ਵਿੱਚ ਵਿਘਨ ਪੈਂਦਾ ਰਿਹਾ ਜੀ। ਸਰਕਾਰ ਨੇ ਪੂਰੀ ਜ਼ੋਰ ਨਾਲ ਬਹੁਤ ਅੱਛੀ ਤਰ੍ਹਾਂ ਇਹਦੀ ਜਿਹੜੀ ਰੈਨੋਵੇਸ਼ਨ ਹੈ ਹੋਮ ਡਿਪਾਰਟਮੈਂਟ ਪੰਜਾਬ ਦਾ ਕਰਦਾ, ਉਹਨਾਂ ਨੇ ਪੂਰੇ ਲਗਨ ਨਾਲ ਜੀ ਇਸ 'ਤੇ ਸਾਰੀ ਕਮੀਆਂ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਦਿਲ ਲਾ ਕੇ ਉਹ ਦਫ਼ਤਰ ਤਿਆਰ ਕੀਤਾ ਹੈ ਜੀ। ਹੁਣ ਉਹ ਸਟਾਫ ਵਗੈਰਾ ਦੇ ਉਹ ਕਰ ਰਹੇ ਹੈਗੇ, ਪਰ ਇਹ ਕੋਵਿਡ ਦੇ ਦੌਰਾਨ ਜੀ ਇਸ ਕਰਕੇ ਦੀ ਡਿਲੇ ਦੇਖੋ ਹਰ ਪੱਖੋਂ ਹੋਈ ਹੈ ਜੀ। ਸਾਰਾ ਕੰਮ ਹੀ ਹਰ ਪਾਸੇ ਤਕਰੀਬਨ ਠੱਪ ਰਿਹਾ ਹੈਗਾ ਜੀ, ਤਾਂ ਇਹ ਵੀ ਇਹਦੇ ਵਿੱਚ ਰਿਹਾ। ਤੁਸੀਂ ਐਜ਼ ਏ ਚੀਫ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਅਹੁਦਾ ਸੰਭਾਲਿਆ, ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਤਿਆਰੀਆਂ ਕਿੱਥੇ ਖੜੀਆਂ ਨੇ ਔਰ ਕਿਸ ਤਰ੍ਹਾਂ ਦੇ ਨਾਲ ਹੁਣ ਤਿਆਰੀ ਕਰ ਰਹੇ ਹੋ? ਇਹਦੀਆਂ ਤਿਆਰੀਆਂ ਜੀ ਦੇਖੋ, ਮੈਂ ਚਾਰਜ ਲੈ ਲਿੱਤਾ ਹੈਗਾ ਜੀ। ਹਾਲੇ ਵੀ ਹੋਰ ਕਈ ਉਹ ਹੈਗਾ ਸਟਾਫ ਵਗੈਰਾ ਮਿਲਣਾ ਹੈਗਾ ਜੀ। ਕੰਪਿਊਟਰਾਈਜੇਸ਼ਨ ਅਸੀਂ ਕਰਨੀ ਹੈਗੀ ਜੀ। ਫਿਰ ਅਸੀਂ ਰਿਕੁਐਸਟ ਕਰਾਂਗੇ ਸਾਰੇ ਡਿਪਟੀ ਕਮਿਸ਼ਨਰਸ ਨੂੰ ਵੀ ਤੁਸੀਂ ਇਲੈਕਟੋਰਲ ਰੋਲਸ ਤੋਂ ਸ਼ੁਰੂ ਹੋਣੀ ਹੈ ਜੀ। ਸਭ ਤੋਂ ਪਹਿਲਾਂ ਕੰਮ ਸਾਡਾ ਹੈਗਾ ਵੀ ਇਲੈਕਟੋਰਲ ਰੋਲਸ ਨੂੰ ਤਿਆਰ ਕਰੋ ਔਰ ਉਹਨੂੰ ਅਪਡੇਟ ਕਰੋ, ਔਰ ਜਿਹੜੀਆਂ ਅਮੈਂਡਮੈਂਟ ਹੋਈਆਂ ਨੇ ਸਿੱਖ ਗੁਰਦੁਆਰਾ ਐਕਟ ਦੇ ਮੁਜਬ, ਉਸ ਅਮੈਂਡਮੈਂਟਸ ਦੇ ਤਹਿਤ ਇਲੈਕਟੋਰਲ ਰੋਲ ਤਿਆਰ ਕੀਤੇ ਜਾਣ, ਤਾਂ ਕਿ ਪੂਰੇ ਔਰ ਸਾਰੇ ਸਿੱਖ ਜਗਤ ਨੂੰ ਜਿੰਨੇ ਵੀ ਐਲੀਜੀਬਲ ਵੋਟਰਸ ਨੇ
ਐਕਟ ਦੇ ਮੁਤਾਬਕ ਉਹਨਾਂ ਨੂੰ ਗੁਜ਼ਾਰਿਸ਼ ਹੈ ਵੀ ਉਹ ਆਪਣੇ ਆਪ ਨੂੰ ਹੂੰ। ਵੋਟਰ ਇਨਰੋਲ ਕਰਨ ਔਰ ਰਜਿਸਟਰ ਕਰਾਉਣ। ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਸੈਂਟਰ ਗਵਰਨਮੈਂਟ ਨੇ ਅਨਾਉਂਸ ਕਰਨੀਆਂ। ਹਾਂਜੀ, ਪੰਜਾਬ ਦੇ ਵਿੱਚ ਹੁਣ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਨੇ, ਤੁਹਾਨੂੰ ਕੀ ਲੱਗ ਰਿਹਾ, ਤੁਸੀਂ ਸਮਝ ਕਿਵੇਂ ਰਹੇ ਹੋ ਸਥਿਤੀ ਨੂੰ, ਕਦੋਂ ਤੱਕ ਇਹ ਚੋਣਾਂ ਹੋ ਸਕਦੀਆਂ? ਇਹਦੇ ਦੇਖੋ ਇਹਦੇ ਵਿੱਚ ਮੇਰਾ ਕੋਈ ਉਹ ਨਹੀਂ ਹੋ ਜ਼ਿਆਦਾ ਨਹੀਂ, ਅਸੀਂ ਤਾਂ ਤਿਆਰੀ ਕਰਨੀ ਹੈਗੀ। ਜਿਹੜੀ ਇਲੈਕਸ਼ਨ ਕਦੋਂ ਹੋਣੀਆਂ ਨੇ ਇਹ ਸੈਂਟਰ ਗਵਰਨਮੈਂਟ ਹੀ ਨੋਟੀਫਾਈ ਕਰਨਗੇ ਜੀ। ਅਸੀਂ ਉਨੀ ਦੇਰ ਆਪਣੀ ਤਿਆਰੀ ਕਰਨੀ ਹੈਗੀ ਵੀ ਜੀ ਇਲੈਕਟੋਰਲ ਰੋਲਸ ਅਪਡੇਟ ਹੋਣ, ਸਾਰੀਆਂ ਕਨਸਟੀਟੂਐਂਸੀਜ਼ ਨਿਰਧਾਰਿਤ ਕੀਤੀਆਂ ਜਾਣ, ਜਿਹੜੇ ਮੋਡਸ ਆਫ ਇਲੈਕਸ਼ਨਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਕਰਨਾ ਹੈਗਾ। ਗੁਰਦੁਆਰਾ ਇਲੈਕਸ਼ਨ ਰੂਲਸ ਹੈਗੇ 1959 ਦੇ, ਉਹਨਾਂ ਨੂੰ ਅਸੀਂ ਫੋਲੋ ਕਰਕੇ ਉਹਦੇ ਮੁਜਬ ਇਲੈਕਸ਼ਨ ਪੂਰੇ ਫੇਅਰਨੈਸ ਨਾਲ ਅਸੀਂ ਸਾਡੀ ਪੁਰਜ਼ੋਰ ਕੋਸ਼ਿਸ਼ ਹੈਗੀ ਵੀ ਇਹ ਅਸੀਂ ਕਰਾਵਾਂਗੇ। ਤੁਹਾਨੂੰ ਕੀ ਲੱਗ ਰਿਹਾ, ਅੰਦਾਜ਼ਾ ਸਿਚੁਏਸ਼ਨ ਦੇਖ ਕੇ ਕੀ ਲੱਗ ਰਿਹਾ ਕਿ ਇਹਨਾਂ ਨੂੰ ਡੀਸੀਜ਼ ਨੂੰ ਆਰਡਰ ਦੇਣੇ, ਚੋਣ ਸੂਚੀਆਂ ਤਿਆਰ ਕਰਨੀਆਂ, ਵੋਟਰ ਲਿਸਟਾਂ ਤਿਆਰ ਕਰਨੀਆਂ, ਇਹ ਕਿੰਨਾ ਕੁ ਲੰਬਾ ਪ੍ਰੋਸੈਸ ਤੁਹਾਨੂੰ ਲੱਗ ਰਿਹਾ? ਇਹ ਦੇਖੋ ਜੀ, ਜਿਹੜੀਆਂ ਤਾਂ ਆਪਣੀਆਂ ਇਲੈਕਸ਼ਨਸ ਹੁੰਦੀਆਂ ਨੇ ਪਾਰਲੀਮੈਂਟ ਦੀਆਂ ਜਾਂ ਵਿਧਾਨ ਸਭਾ ਦੀਆਂ, ਉਹਦੇ ਵਿੱਚ ਜਿਹੜਾ ਡੀਸੀ ਆਫਿਸ ਇਲੈਕਸ਼ਨ ਕਮਿਸ਼ਨ ਦਾ ਸਟਾਫ ਹੈਗਾ ਡੀਸੀ, ਉਹ ਲੋਕਾਂ ਦੇ ਘਰੇ ਜਾ ਕੇ ਇਲੈਕਟੋਰਲ ਰੋਲਸ ਤਿਆਰ ਕਰਦਾ ਹੈ। ਪਰ ਗੁਰਦੁਆਰਾ ਇਲੈਕਸ਼ਨਸ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਉਹ ਘਰੋਂ ਘਰ ਨਹੀਂ ਜਾਂਦਾ। ਜਿਹੜੇ ਵੀ ਐਲੀਜੀਬਲ ਵੋਟਰ ਨੇ ਉਹ ਖੁਦ ਆ ਕੇ ਆਪਣਾ ਇਨਰੋਲ ਕਰਦੇ ਨੇ। ਸੋ ਇਸ ਲਈ ਸਾਨੂੰ ਪਹਿਲੀ ਗੱਲ ਤਾਂ ਇਹ ਹੋਗਾ ਵੀ ਇਹਦੀ ਪੂਰੀ ਤਰ੍ਹਾਂ ਐਡਵਰਟਾਈਜ਼ਮੈਂਟ ਹੋਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕੀ ਰਿਕੁਆਇਰਮੈਂਟਸ ਹੈ, ਔਰ ਜਿਹੜੇ ਸਿੱਖ ਹੈਗੇ ਉਹੀ ਆਪਣੇ ਆਪ ਨੂੰ ਵੋਟ ਲਈ ਇਨਰੋਲ ਕਰਨ ਔਰ ਆਪਣੇ ਆਪ ਨੂੰ ਰਜਿਸਟਰ ਕਰਨ ਤਾਂ ਕਿ ਇਲੈਕਸ਼ਨਾਂ ਪੂਰੇ ਉਸ ਨਾਲ ਹੋ। ਤੁਸੀਂ ਬੜੀ ਇੰਟਰਸਟਿੰਗ ਗੱਲ ਛੇੜ ਦਿੱਤੀ। ਜਿਹੜੇ ਸਿੱਖ ਹੈਗੇ ਆ, 2011 ਦੀ ਇਲੈਕਸ਼ਨਸ ਦੇ ਸਮੇਂ ਇਹ ਵਿਵਾਦ ਹੋਇਆ ਸੀਗਾ ਕਿ ਸਹਿਜਧਾਰੀ ਵੋਟ ਕਰਨਗੇ ਜਾਂ ਨਹੀਂ ਕਰਨਗੇ। ਮਾਮਲਾ ਕੋਰਟ ਦੇ ਵਿੱਚ ਚਲਾ ਗਿਆ। ਕਰੀਬਨ 60 ਲੱਖ ਤੋਂ ਵੱਧ ਲੋਕ ਸੀਗੇ ਜਿਹੜੇ ਵੋਟ ਕਰਨ ਤੋਂ ਰਹਿ ਗਏ, ਜਿਨ੍ਹਾਂ ਨੂੰ ਸਹਿਜਧਾਰੀ ਕਿਹਾ ਗਿਆ ਸੀਗਾ। ਲੰਬੀ ਕੋਰਟ ਦੀ ਲੜਾਈ ਚੱਲੀ ਹੈ। ਹੁਣ ਸਹਿਜਧਾਰੀ ਵੋਟਰ ਹੋਣਗੇ ਜਾਂ ਨਹੀਂ ਹੋਣਗੇ, ਦੁਬਾਰਾ ਐਸਜੀਪੀਸੀ ਦੀਆਂ ਚੋਣਾਂ 'ਚ ਵੋਟ ਕਰਨਗੇ ਜਾਂ ਨਹੀਂ ਕਰਨਗੇ, ਇਸ ਨੂੰ ਲੈ ਕੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੀ ਸੋਚ ਰਿਹਾ ਔਰ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਮੈਂ ਇਸ ਲਈ ਤੁਹਾਨੂੰ ਪੂਰੀ ਜਾਣਕਾਰੀ ਦੱਸ ਦਿੰਦਾ ਜੀ। ਜਿਹੜਾ ਗੁਰਦੁਆਰਾ ਐਕਟ ਹੈਗਾ ਉਹਦੇ ਵਿੱਚ ਪਰਸਨ ਐਲੀਜੀਬਲ ਟੂ ਵੋਟ ਅੰਡਰ ਸੈਕਸ਼ਨ 49 ਪਹਿਲਾਂ ਸੀਗਾ ਸ਼ੁੱਡ ਨਾਟ ਸ਼ੇਵ ਔਰ ਟ੍ਰਿਮ ਹਿਜ਼ ਬੀਅਰਡ ਐਕਸਕਲੂਡਿੰਗ ਸਹਿਜਧਾਰੀ ਸਿੱਖਸ। ਹੁਣ ਜਿਹੜਾ ਵਰਡ ਐਕਸਕਲੂਡਿੰਗ ਸਹਿਜਧਾਰੀ ਸਿੱਖਸ ਹੈ ਇਹ ਓਮਿਟ ਹੋ ਗਿਆ ਹੈਗਾ ਜੀ। ਇਹਦੇ ਪਹਿਲਾਂ ਇਹ ਜਿਹੜਾ ਓਮਿਸ਼ਨ ਕੀਤੀ ਸੀ ਨਾ ਜੀ, ਡਿਲੀਟ ਕੀਤੇ ਸੀ ਇਹ ਵਰਡ, ਇਹ ਬਾਈ ਨੋਟੀਫਿਕੇਸ਼ਨ ਕੀਤੇ ਸੀ ਜੀ। ਉਹ ਨੋਟੀਫਿਕੇਸ਼ਨ ਨਾਲ ਹਾਈ ਕੋਰਟ ਦੇ ਫੁੱਲ ਬੈਂਚ ਨੇ ਸਹਿਜਧਾਰੀ ਸਿੱਖ ਐਸੋਸੀਏਸ਼ਨ ਦੇ ਕੇਸ ਵਿੱਚ ਕਿਹਾ ਸੀ ਵੀ ਇਟ ਕੈਨ ਨਾਟ ਬੀ ਡਨ ਬਾਈ ਅ ਨੋਟੀਫਿਕੇਸ਼ਨ, ਇਟ ਹੈਵ ਟੂ ਬੀ ਡਨ ਬਾਈ ਐਨ ਐਕਟ। ਇਹ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਦਾ ਸੀ? ਹਾਂ, ਇਹ ਸੈਂਟਰਲ ਗਵਰਨਮੈਂਟ ਦਾ ਨੋਟੀਫਿਕੇਸ਼ਨ ਸੀ। ਸੋ ਉਹ ਨੋਟੀਫਿਕੇਸ਼ਨ ਇਨਵੈਲੀਡੇਟ ਕਰਤਾ ਸੀ ਫੁੱਲ ਬੈਂਚ ਨੇ। ਪਰ ਕੁਐਸਚਨ ਵੈਦਰ ਦੇ ਆਰ ਫਿਕਸ ਔਰ ਨਾਟ ਵਾਸ ਕੈਪਟ ਓਪਨ। ਇਸ ਦੇ ਅਗੇਂਸਟ, ਇਸ ਫੈਸਲੇ ਦੇ ਅਗੇਂਸਟ, ਫੁੱਲ ਬੈਂਚ ਦੇ ਫੈਸਲੇ ਦੇ ਅਗੇਂਸਟ ਸੁਪਰੀਮ ਕੋਰਟ ਐਸਜੀਪੀਸੀ ਗਈ ਸੀ ਜੀ। ਪਰ ਉਹ ਦੀ ਪਟੀਸ਼ਨ ਪੈਂਡਿੰਗ ਦੇ ਦੌਰਾਨ ਐਕਟ ਅਮੈਂਡ ਹੋ ਗਿਆ ਸੀ ਜੀ 2016 ਨੂੰ, ਔਰ ਉਹਨਾਂ ਨੇ ਜੋ ਅਮੈਂਡਮੈਂਟ ਪਹਿਲਾਂ ਬਾਈ ਨੋਟੀਫਿਕੇਸ਼ਨ ਕੀਤੀ ਸੀ ਬਾਈ ਵੇ ਆਫ ਅਮੈਂਡਮੈਂਟ ਆਫ ਐਕਟ ਕਰ ਦਿੱਤੀ ਜੀ। ਉਸ ਤੋਂ ਬਾਅਦ ਉਹ ਪਟੀਸ਼ਨ ਐਸਐਲਪੀ ਜਿਹੜੀ ਸੀ ਸੁਪਰੀਮ ਕੋਰਟ 'ਚੋਂ ਇਨਫਰਕਚੁਅਸ ਹੋ ਗਈ, ਔਰ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਨਾਓ ਐਕਟ ਹੈਵ ਬੀਨ ਪਾਸਡ ਫॉर देयरफॉर ਨਥਿੰਗ ਸੇ ਐਂਡ ਕੁਐਸਚਨ ਵੈਦਰ ਦੇ ਆਰ ਫਿਕਸ ਵਾਸ ਕੈਪਟ ਓਪਨ ਬਾਈ ਦਾ ਫੁੱਲ ਬੈਂਚ, ਦੇ ਲੈਫਟ ਇਟ ਓਪਨ। ਹੁਣ ਉਹ ਜਿਹੜੀ ਅਮੈਂਡਮੈਂਟ ਐਕਟ ਹੈਗੀ that has been challenged again by the ਮੇਰਾ ਖਿਆਲ ਹਰਬੰਸ ਸਿੰਘ ਕੰਡੋਲਾ ਦੇ ਕੇਸ ਦੇ ਵਿੱਚੋਂ, ਔਰ ਹੋਰ ਵੀ ਕਈ ਕੇਸਿਸ ਨੇ ਜਿਹਦੇ ਵਿੱਚ ਉਹ ਚੈਲੰਜ ਹੋਈ ਵੀ ਹੈ, ਔਰ ਉਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ ਜੀ। ਉਹ ਹਾਈ ਕੋਰਟ ਹੀ ਫੈਸਲਾ ਕਰੇਗੀ ਵੈਦਰ ਦੈਟ ਅਮੈਂਡਮੈਂਟ ਇਜ਼ ਵੈਲਿਡ ਔਰ ਨਾਟ। ਉਹਦੇ 'ਚ ਗੁਰਦੁਆਰਾ ਕਮਿਸ਼ਨ ਦਾ ਕੋਈ ਰੋਲ ਨਹੀਂ ਹੈ। ਮਤਲਬ ਇਹ ਸਹਿਜਧਾਰੀ ਜਿਨ੍ਹਾਂ ਨੂੰ ਸਹਿਜਧਾਰੀ ਸਿੱਖ ਕਿਹਾ ਜਾਂਦਾ ਉਹ ਵੋਟ ਕਰਨਗੇ ਜਾਂ ਨਹੀਂ ਕਰਨਗੇ, ਇਹ ਗੁਰਦੁਆਰਾ ਕਮਿਸ਼ਨ ਇਸ ਤੇ ਫੈਸਲਾ ਨਹੀਂ ਲਏਗਾ। ਜੋ ਹਾਈ ਕੋਰਟ ਡਿਸਾਈਡ ਕਰੇਗੀ ਉਹਨੂੰ ਫੋਲੋ ਕਰੋਗੇ? ਨਹੀਂ ਜੀ, ਨਹੀਂ, ਇਸ ਤਰ੍ਹਾਂ ਨਹੀਂ ਹੈ ਜੀ। ਗੁਰਦੁਆਰਾ ਕਮਿਸ਼ਨ ਵਿਲ ਗੋ ਬਾਈ ਦੀ ਐਕਟ। ਐਕਟ ਦੇ ਵਿੱਚ ਉਹਨਾਂ ਨੂੰ ਨਹੀਂ ਕਰ ਸਕਦੇ ਜੀ। ਅਕੋਰਡਿੰਗ ਗੁਰਦੁਆਰਾ ਕਮਿਸ਼ਨ ਵਿਲ ਗੋ ਬਾਈ ਵਾਟ ਐਵਰ ਦੀ ਲੈਜਿਸਲੇਟਿਵ ਐਕਟ ਇਜ਼।
ਪਰ ਇੱਕ ਇਸ ਤਰ੍ਹਾਂ ਦਾ ਇੱਕ ਹੋਰ ਵੱਡਾ ਇਸ਼ੂ ਹੈਗਾ, ਉਹ ਹੈਗਾ ਹਰਿਆਣੇ ਦੇ ਵਿੱਚ। ਹਰਿਆਣੇ ਦੇ ਵਿੱਚ ਇੱਕ ਵੱਖਰਾ ਵਿਵਾਦ ਹੋਇਆ ਸੀਗਾ ਕਿ ਹਰਿਆਣੇ ਦੇ ਵਿੱਚ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾਵੇ। SGPC ਨੇ ਉਸ ਦਾ ਵਿਰੋਧ ਕੀਤਾ। ਪੋਲੀਟੀਕਲ ਹਲਕਿਆਂ 'ਚੋਂ ਕਿਤੇ ਵਿਰੋਧ ਹੋਇਆ, ਕਿਤੇ ਸਪੋਰਟ ਹੋਇਆ। ਗੁਰਦੁਆਰਾ ਕਮਿਸ਼ਨ ਕੀ ਕਰੇਗਾ ਉਸ ਮਸਲੇ 'ਚ? ਕੀ ਹਰਿਆਣੇ ਦੇ ਸਿੱਖਾਂ ਦੇ ਲਈ ਵੀ ਵੋਟਿੰਗ ਹੋਏਗੀ ਜਾਂ ਨਹੀਂ ਹੋਏਗੀ? ਜਿਹੜਾ ਹਰਿਆਣਾ ਗੁਰਦੁਆਰਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਹੈਗੀ ਜੀ ਐਕਟ ਦੇ ਵਿੱਚ, ਉਹ ਵੀ ਸੁਪਰੀਮ ਕੋਰਟ ਦੇ ਵਿੱਚ ਅੰਡਰ ਚੈਲੰਜ ਹੈ ਜੀ। ਇਸ ਲਈ ਅਸੀਂ ਉਸ ਦੇ ਵਿੱਚ ਜਿਹੜੀ ਚੀਜ਼ ਸਬ ਜੁਡਿਸ ਹੈ ਜੀ, ਉਹਦੇ ਵਿੱਚ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ ਜੀ। ਐਂਡ ਇਹਦੇ ਲਈ ਵੈਦਰ ਉਹ ਪਾਰਟਿਸਿਪੇਟ ਕਰੇਗੀ ਜਾਂ ਨਹੀਂ, ਸਾਨੂੰ ਸ਼ਾਇਦ ਲੀਗਲ ਰਾਏ ਲੈਣੀ ਪਵੇ, ਲੀਗਲ ਐਡਵਾਈਸ ਲੈਣੀ ਪਵੇ। ਐਂਡ ਅਲਟੀਮੇਟਲੀ ਤਾਂ ਜੋ ਸੁਪਰੀਮ ਕੋਰਟ ਫੈਸਲਾ ਕਰੇਗੀ ਉਸੇ ਦੇ ਮੂਜਬ ਹੀ ਚੱਲਣਾ ਪਏਗਾ। ਔਰ ਹੋ ਸਕਦਾ ਹੈਗਾ ਜਿਹੜੇ ਵੀ ਅਫੈਕਟਡ ਪਾਰਟੀਜ਼ ਨੇ ਸ਼ਾਇਦ ਉਹਦੇ 'ਚ ਸੁਪਰੀਮ ਕੋਰਟ ਜਾਣ, ਐਂਡ ਜੋ ਵੀ ਉਹਦੇ 'ਚ ਸੁਪਰੀਮ ਕੋਰਟ ਡਾਇਰੈਕਸ਼ਨ ਦੇਗੀ ਉਹੀ ਕੰਪਲਾਈ ਵਿਥ ਹੋਣਗੇ ਜੀ। ਤੁਸੀਂ ਸਰ ਥੋੜ੍ਹਾ ਜਿਹਾ ਇਹ ਦੱਸ ਦਿਓ, ਹਰਿਆਣਾ ਦੇ ਵਿੱਚ ਜਿਹੜਾ ਵਿਵਾਦ ਸੀਗਾ ਕਿ ਹਰਿਆਣੇ ਦੇ ਸਿੱਖ SGPC ਲਈ ਵੋਟ ਕਰਨਗੇ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟ ਕਰਨਗੇ? ਮੈਂ ਉਸ ਬਾਰੇ ਕੁਛ ਨਹੀਂ ਕਹਿ ਸਕਦਾ ਜੀ, ਵੀ ਉਹ ਦੈਟ ਇਜ਼ ਇੰਟਾਇਰਲੀ ਉਹਨਾਂ ਦੀ ਆਪਣੀ ਡਿਸੀਜਨ ਹੈਗੀ ਜੀ, ਵੀ ਉਹ ਕੀ ਕਰਨਗੇ ਨਾ ਮੈਨੂੰ ਕਰਨਾ ਚਾਹੀਦਾ ਜੀ ਕਮੈਂਟ, ਨਾ ਮੈਂ ਕਰ ਸਕਦਾ ਜੀ। ਉਹ ਤਾਂ ਦੈਟ ਇਜ਼ ਅਪ ਟੂ ਦੈਮ ਵੀ ਉਹ ਕੀ ਕਰਦੇ ਨੇ, ਉਹ ਤਾਂ ਲੀਗਲ ਇਸ਼ੂ ਹੈਗਾ। ਮੈਂ ਸਵਾਲ, ਮੈਂ ਇਹਦਾ ਸ਼ਬਦ ਬਦਲ ਦਿੰਦਾ, ਸ਼ਬਦ ਇਹ ਕਰ ਦਿੰਦਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੋਟਰ ਸੂਚੀਆਂ ਹੁਣ ਪੰਜਾਬ ਦੇ ਵਿੱਚ DCs ਨੂੰ ਕਹਿ ਦੇਣਾ ਅਪਡੇਟ ਕਰੋ, ਹਨਾ, ਪੰਜਾਬ ਦੇ ਵਿੱਚ ਹੋ ਜਾਣੀਆਂ। ਹਰਿਆਣੇ ਦੇ ਵਿੱਚ ਆਪਣੇ ਵੱਲੋਂ ਅਜੇ ਇੰਸਟਰਕਸ਼ਨ ਤੁਸੀਂ ਦੇਣੀਆਂ ਕਿ ਹਰਿਆਣੇ ਦੇ DC ਜਿਹੜੀਆਂ ਵੋਟਰ ਸੂਚੀਆਂ ਬਣਾਉਣ? ਇਸ ਬਾਰੇ ਸਟੱਡੀ ਕਰਾਂਗੇ ਜੀ ਐਕਟ ਨੂੰ, ਔਰ ਲੀਗਲ ਰਾਏ ਲਵਾਂਗੇ ਜੀ। ਮੈਂ ਇਸ ਸਟੇਜ 'ਤੇ ਇਸ ਬਾਰੇ ਕੁਛ ਨਹੀਂ ਕਹਿ ਸਕਦਾ। ਲੀਗਲ ਰਾਏ ਤੁਸੀਂ ਕਿੱਥੋਂ ਲਵੋਗੇ? ਲੀਗਲ ਰਾਏ ਦਾ ਮਸਲਾ ਇਹ ਹੈ ਕਿਉਂਕਿ ਸਹਿਜਧਾਰੀ ਕੇਸਾਂ ਦੇ ਵਿੱਚ ਵੀ ਪੰਜਾਬ ਹੈ ਔਰ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਹਰਿਆਣਾ ਇਨਵੋਲਵ ਹੈ, ਦੋਵੇਂ ਸਟੇਟ ਪਾਰਟੀ ਹੈਗੇ ਨੇ। ਜਿਹੜੀ ਸੈਂਟਰਲ ਸਾਡੀ ਜਿਹੜੀ ਅਪੁਆਇੰਟਮੈਂਟ ਔਰ ਜਿਹੜੀ ਇਲੈਕਸ਼ਨਸ ਕਰਦੇ ਨੇ ਮੇਰੀ, ਉਹ ਸੈਂਟਰਲ ਗਵਰਨਮੈਂਟ ਦੇ ਨਾਲ ਹੁੰਦੀ ਹੈ। ਜਿਹੜੀ SGPC ਹੈ ਉਹ ਅੱਜ ਦੇ ਦਿਨ ਇੰਟਰਸਟੇਟ ਬਾਡੀ ਕਾਰਪੋਰੇਟ ਹੈ ਜੀ। ਜਿਹੜੇ ਗੁਰਦੁਆਰੇ ਨੇ ਉਹ ਪੰਜਾਬ 'ਚ ਵੀ ਨੇ, ਹਰਿਆਣੇ 'ਚ ਵੀ ਨੇ, ਹਿਮਾਚਲ 'ਚ ਵੀ ਨੇ, ਔਰ UT ਚੰਡੀਗੜ੍ਹ 'ਚ ਵੀ ਨੇ। ਇਹ ਸਾਰੇ ਗੁਰਦੁਆਰਿਆਂ ਦਾ ਇੰਟਰਸਟੇਟ ਬਾਡੀ ਕਾਰਪੋਰੇਟ ਇਹ ਰੂਪ ਇਹਦਾ ਹੈਗਾ। ਇਟ ਇਜ਼ ਨਾਟ ਕਨਫਾਈਨਡ ਓਨਲੀ ਟੂ ਪੰਜਾਬ ਸਟੇਟ। ਇਸ ਕਰਕੇ ਇਹਦੀ ਜਿਹੜੀ ਕੰਡਕਟ ਆਫ ਇਲੈਕਸ਼ਨਸ ਹੈਗੀ ਜੀ, ਉਹ ਅੰਡਰ ਦਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਵੈਸਟ ਵਿਦ ਦਾ ਸੈਂਟਰਲ ਗਵਰਨਮੈਂਟ। ਇਸ ਲਈ ਜੇ ਲੀਗਲ ਰਾਏ ਲੈਣੀ ਪਈ ਤਾਂ ਸੈਂਟਰਲ ਗਵਰਨਮੈਂਟ ਦੀ ਜਿਹੜੀ ਏਜੰਸੀ ਹੈ ਹੋ ਸਕਦਾ ਸੀ ਉਹਨਾਂ ਤੋਂ ਹੀ ਲਈਏ, ਤਾਂ ਕਿ ਕੋਈ ਵੀ ਕਿਸੇ ਪਾਰਟੀ ਨੂੰ ਕੋਈ ਉਹ ਨਾ ਹੋਵੇ। ਬਟ ਇਹ ਦਿਸ ਹੈਵ ਟੂ ਬੀ ਲੀਗਲੀ ਐਗਜ਼ਾਮਿਨਡ ਬਾਈ ਮੀ, ਐਂਡ ਇਸ ਲੀਗਲ ਰਾਏ ਵੀ ਲੈਣੀ ਪੈ ਸਕਦੀ ਹੈਗੀ ਵੀ ਵਾਟ ਇਜ਼ ਟੂ ਬੀ ਡਨ ਇਨ ਦਿਸ ਕੇਸ। ਆਈ ਵਿਲ not in a position to say anything in this regard at present. ਪਰ ਜਿਹੜਾ ਹਰਿਆਣਾ ਗੁਰਦੁਆਰਾ ਕਮੇਟੀ ਦਾ ਮਸਲਾ ਹੈ ਜਾਂ ਪੰਜਾਬ ਦੇ ਵਿੱਚ ਸਹਿਜਧਾਰੀ ਸਿੱਖਾਂ ਦੀ ਵੋਟ ਦਾ ਮਸਲਾ ਹੈਗਾ, ਇਸ ਸਬੰਧ ਦੇ ਵਿੱਚ ਦੋਨੋਂ ਕੇਸ ਕੋਰਟ ਦੇ ਵਿੱਚ ਪੈਂਡਿੰਗ ਹੈ, ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਵਿੱਚ। ਕੀ ਗੁਰਦੁਆਰਾ ਕਮਿਸ਼ਨ ਆਪਣੇ ਵੱਲੋਂ ਕੋਰਟ ਦੇ ਵਿੱਚ ਇਹਨਾਂ ਕੇਸਾਂ ਦੇ ਸਬੰਧ ਦੇ ਵਿੱਚ ਕੋਈ ਰਿਟ ਕਰ ਸਕਦਾ ਜਾਂ ਕੋਰਟ ਜਾ ਸਕਦਾ? ਕਿਉਂਕਿ ਜਦੋਂ ਇਲੈਕਸ਼ਨ ਕਰਾਉਣੇ ਤਾਂ ਤੁਸੀਂ ਇਲੈਕਸ਼ਨ ਕਰਾਉਣੇ ਆ। ਗੁਰਦੁਆਰਾ ਕਮਿਸ਼ਨ ਇਸ ਵੱਲ ਨਹੀਂ ਜਾ ਸਕਦਾ ਜੀ, ਗੁਰਦੁਆਰਾ, ਬਿਕੋਜ਼ ਇਟ ਇਜ਼ ਫॉर ਦੀ ਅਫੈਕਟਡ ਪਾਰਟੀਜ਼ ਟੂ ਗੋ ਟੂ ਦਾ ਕੋਰਟ। ਜਿਨ੍ਹਾਂ ਦੇ ਐਜ਼ ਫਾਰ ਐਜ਼ ਸਹਿਜਧਾਰੀ ਸਿੱਖਸ ਆਰ ਕੰਸਰਨਡ, ਇਟ ਇਜ਼ ਫॉर ਦੋਜ਼ ਅਫੈਕਟਡ। ਉਹ ਕੋਰਟ ਦੇ ਵਿੱਚ ਗਏ ਨੇ, ਜੋ ਕੋਰਟ ਡਾਇਰੈਕਸ਼ਨ ਦੇਗੀ ਦੇ ਆਰ ਬਾਈਂਡਿੰਗ ਔਨ ਆਲ ਜੀ, ਇਨਕਲੂਡਿੰਗ ਦਾ ਕਮਿਸ਼ਨ। ਤਾਂ ਇਸ ਲਈ ਉਹ ਆਲਰੇਡੀ ਗਏ ਹੋਏ ਨੇ ਜੀ। ਐਜ਼ ਫਾਰ ਐਜ਼ ਦੀ ਐਕਟ ਸਟੈਂਡਸ, ਉਹਦੇ ਵਿੱਚੋਂ ਐਕਟ ਵਿੱਚੋਂ ਉਹ ਐਕਸਕਲੂਡ ਕੀਤੇ ਹੋਏ ਨੇ। ਜੇ ਉਸ ਐਕਟ ਦੀ ਬਾਬਤ ਕੋਈ ਸਟੇ ਹੈਗੀ ਤਾਂ ਉਹ ਸਟੇ ਵਿਲ ਬੀ ਫੋਲੋਡ, ਜੇ ਨਹੀਂ ਹੈਗੀ ਤਾਂ ਵੀ ਗੋ ਬਾਈ ਦੀ ਐਕਟ ਜੀ। ਮਤਲਬ ਹਜੇ ਫਿਲਹਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਸਹਿਜਧਾਰੀ ਵੋਟਰਸ ਤੇ ਹਰਿਆਣਾ ਦੇ ਵੋਟਰਸ ਦੀਆਂ ਸੂਚੀਆਂ ਬਣਾਉਣ ਨੂੰ, ਅਪਡੇਟ ਕਰਨ ਨੂੰ ਨਿਰਦੇਸ਼ ਨਹੀਂ ਦਊਗਾ। ਮੈਂ ਇਹ ਤੁਹਾਨੂੰ ਕਲੈਰੀਫਾਈ ਕਰ ਦਿੰਦਾ ਜੀ ਵੀ ਸਹਿਜਧਾਰੀ ਸਿੱਖਸ ਦਾ ਤਾਂ ਐਕਟ ਆਲਰੇਡੀ ਹੋ ਗਿਆ। ਹਾਂਜੀ, ਜਿਹੜਾ SGPC ਜਿਹੜਾ ਹਰਿਆਣਾ ਗੁਰਦੁਆਰਾ ਕਮੇਟੀ ਦਾ ਐਕਟ ਹੈ, ਦੈਟ ਉਹਦੇ ਲਈ ਰਾਏ ਲੈਣੀ ਪੈਣੀ ਹੈਗੀ ਜੀ। ਵਾਟ ਇਜ਼ ਦਾ
legal position in that. फिलहाल सुप्रीम कोर्ट ने 7 ਅਗਸਤ 2014 ਨੂੰ ਇਹ ਆਰਡਰ ਸਟੇਟਸ ਕੋ ਦਾ ਕੀਤਾ ਸੀਗਾ ਵੀ ਜਿਹੜੇ ਗੁਰਦੁਆਰੇ FGPC ਦੇ ਕਬਜ਼ੇ 'ਚ ਨੇ ਉਹ FGPC ਦੇ ਕਬਜ਼ੇ 'ਚ ਰਹਿਣਗੇ ਔਰ ਜਿਹੜੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਬਜ਼ੇ 'ਚ ਨੇ ਉਹ ਉਹਨਾਂ ਦੇ ਕਬਜ਼ੇ 'ਚ ਰਹਿਣਗੇ ਔਰ ਦੋਨੋਂ ਕਮੇਟੀਜ਼ ਜਿਹੜੇ ਨੇ ਵੱਖ-ਵੱਖ ਅਕਾਊਂਟ ਖੋਲ੍ਹਣਗੇ ਆਪਣੇ ਔਰ ਜੋ ਵੀ ਚੜਾਵਾ ਔਰ ਹੋਰ ਗਿਫਟ ਆਉਂਦੇ ਨੇ ਉਹ ਉਹਨਾਂ ਖਾਤਿਆਂ 'ਚ ਜਮ੍ਹਾਂ ਕਰਾਏਗੀ ਉਹ ਸਟੇਟਸ ਕੋ ਹਾਲੇ ਚੱਲ ਰਿਹਾ ਹੈਗਾ ਫਿਰ ਉਹਦੇ ਦੇ ਦੌਰਾਨ ਹੀ ਇੱਕ ਸਟੇਜ 'ਤੇ ਆ ਗਿਆ ਸੀ ਮਸਲਾ ਵੀ ਇਹ ਜਿਹੜਾ ਮੈਟਰ ਹੈਗਾ ਇਹ ਪ੍ਰੀਲਿਮਿਨਰੀ ਇਸ਼ੂ ਰੇਜ਼ ਹੋਇਆ ਸੀ ਵੀ ਇਹਨੂੰ ਹਾਈ ਕੋਰਟ ਹੀ ਸੁਣੇ ਔਰ ਸਿੱਧਾ ਸੁਪਰੀਮ ਕੋਰਟ 'ਚ ਆਉਣ ਯੋਗ ਨਹੀਂ ਹੈ ਉਸ 'ਤੇ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਟਾਈਮ ਦੇ ਦਿਓ ਬਟ ਉਸ ਤੋਂ ਬਾਅਦ ਫਿਰ ਕੋਵਿਡ ਕਰਕੇ ਨਾ ਜੀ ਕੇਸ ਸਾਰੇ ਉੱਥੇ ਵੀ ਅਫੈਕਟ ਹੋਏ ਹੈਗੇ ਔਰ ਜਿਹੜੇ ਅਰਜੈਂਟ ਕੇਸਿਸ ਸੀ ਉਹੀ ਸੁਪਰੀਮ ਕੋਰਟ 'ਚ ਟੇਕ ਅਪ ਹੁੰਦੇ ਰਹੇ ਨੇ ਜੀ ਜਿਸ ਤਰ੍ਹਾਂ ਦੇ ਨਾਲ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਾਂ ਪੰਜਾਬ ਤੋਂ ਬਾਹਰਲੀਆਂ ਸਟੇਟਸ ਦੇ ਵਿੱਚ ਬੈਠੇ ਨੇ ਕਿਆ ਉਹ ਵਾਲੇ ਸਿੱਖ ਵੀ ਜਿਹੜੇ ਤੁਹਾਨੂੰ ਲੱਗਦਾ ਵੋਟ ਕਰ ਸਕਦੇ ਆ ਕਿਆ ਉਹ ਜੇ ਵੋਟ ਕਰਨਾ ਚਾਹਣ ਤੇ ਉਹਨਾਂ ਲਈ ਕੋਈ ਵਿਵਸਥਾ ਹੋਏਗੀ ਜਿਸ ਤਰ੍ਹਾਂ ਆਮ ਚੋਣਾਂ ਦੇ ਵਿੱਚ ਪੋਸਟਲ ਵੋਟ ਦਾ ਸਿਸਟਮ ਹੁੰਦਾ ਕਿ SGPC ਦੇ ਵਿੱਚ ਵੀ ਇਸ ਤਰ੍ਹਾਂ ਦੀ ਵਿਵਸਥਾ ਹੋ ਸਕਦੀ ਜਿੱਥੇ ਤੱਕ ਮੈਂ ਰੂਲ ਸਟੱਡੀ ਕੀਤੇ ਨੇ ਜੀ ਕੋਈ ਪੋਸਟਲ ਬੈਲਟ ਦਾ ਸਿਸਟਮ ਰੂਲਸ ਦੇ ਵਿੱਚ ਨਹੀਂ ਹੈ ਜੀ ਜੇ ਹੈ ਤਾਂ ਅਸੀਂ ਜ਼ਰੂਰ ਉਹਨੂੰ ਫੋਲੋ ਕਰਾਂਗੇ ਜੀ ਪਰ ਮੇਰਾ ਖਿਆਲ ਪੋਸਟਲ ਬੈਲਟ ਦਾ ਕੋਈ ਇਹੋ ਜਿਹਾ ਹੈ ਨਹੀਂ ਪਰ ਜਿਹੜੇ ਹੁਣ ਆਪਣੀ ਕਾਫੀ ਆਬਾਦੀ ਜਿਹੜੇ ਸਿੱਖ ਦੇ ਨੇ ਉਹਨਾਂ ਨੂੰ ਬਾਹਰ ਹੈਗੇ ਤਾਂ ਅਸੀਂ ਉਸ ਨੂੰ ਐਗਜ਼ਾਮਿਨ ਕਰਕੇ ਇਹ ਸਿਫਾਰਿਸ਼ ਕਰ ਦਾਂਗੇ ਵੀ ਜੀ ਸੈਂਟਰ ਗਵਰਨਮੈਂਟ ਨੂੰ ਵੀ ਇਹਨਾਂ ਨੂੰ ਵੀ ਪੋਸਟਲ ਬੈਲਟ ਰਾਹੀਂ ਦਿੱਤਾ ਜਾਵੇ provided that they are fixed and eligible to be voters under section 49 of the Sikh Gurdwara Act as amended in 2016 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋਣ ਜਾ ਰਹੇ ਹੁਣ ਜਦੋਂ 100 ਸਾਲ ਹੋਣਗੇ ਤੇ ਉਹਨਾਂ ਦਾ ਇਲੈਕਸ਼ਨ 100 ਸਾਲ ਦੇ ਵਿੱਚ ਦਾਖਲ ਹੁੰਦਿਆਂ ਪਹਿਲਾ ਇਲੈਕਸ਼ਨ ਜਸਟਿਸ SS ਸਾਰੋਂ ਕਰਨਗੇ ਕਿਵੇਂ ਸੋਚਦੇ ਇਸ ਚੀਜ਼ ਨੂੰ ਇਹ ਬੜੀ ਹਿਸਟੋਰਿਕ ਗੱਲ ਹੈ ਜੀ ਦੇਖੋ 100 ਸਾਲ FGPC ਦੇ ਪੂਰੇ ਹੋਣੇ ਕਿਉਂਕਿ FGPC ਸੰਸਥਾ ਜਿਹੜੀ ਹੈ ਜੀ ਇਹ ਬਹੁਤ ਹੀ ਹਿਸਟੋਰਿਕ ਔਰ ਹਰ ਇੱਕ ਸਿੱਖ ਲਈ ਇਹ ਬਹੁਤ ਮਹੱਤਵਪੂਰਨ ਸੰਸਥਾ ਹੈਗੀ ਜੀ ਔਰ ਇਹ ਖੁਸ਼ਨਸੀਬੀ ਹੈ ਜੀ ਵੀ ਜਿਹੜੇ ਸਿੱਖ ਕੌਮ ਦੇ ਵਿੱਚ ਸਾਨੂੰ ਮੌਕਾ ਮਿਲਿਆ ਹੈਗਾ ਵੀ ਇਹਦੀ ਇਲੈਕਸ਼ਨ ਕਰਾਉਣ ਦਾ ਔਰ ਇਹਨੂੰ ਉਫਤਾ ਕਰਨ ਦਾ ਅਸੀਂ ਇਹਦੀ ਪੂਰੀ ਕੋਸ਼ਿਸ਼ ਨਾਲ ਇਹਨੂੰ ਵਿਦ ਆਲ ਫੇਅਰਨੈਸ ਅਸੀਂ ਕੋਸ਼ਿਸ਼ ਕਰਾਵਾਂਗੇ ਜਿੱਥੇ ਜਿੱਥੇ ਅੜਚਨ ਆਉਣਗੀਆਂ ਅਸੀਂ ਉਹਨਾਂ ਦਾ ਹਰ ਪੱਖ ਨਾਲ ਦੀ ਰਾਏ ਲੈ ਕੇ ਹਰ ਇੱਕ ਨੂੰ ਸੁਣ ਕੇ ਅਸੀਂ ਉਸ 'ਤੇ ਫੈਸਲਾ ਕਰਾਂਗੇ ਤੁਹਾਡੀ ਇਮੇਜ ਇੱਕ ਇਮਾਨਦਾਰ ਤੇ ਸਖਤ ਜੱਜ ਵਾਲੀ ਰਹੀ ਹੈਗੀ ਹੈ ਹੁਣ ਜਦੋਂ ਤੁਸੀਂ ਇਲੈਕਸ਼ਨ ਕਰਵਾਓਗੇ ਇਲੈਕਸ਼ਨ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਜਿਹੜੀਆਂ ਸਹੀ ਨਹੀਂ ਹੁੰਦੀਆਂ ਕਈ ਵਾਰੀ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨਰ ਤੇ ਵੀ ਲੋਕ ਸਵਾਲ ਚੁੱਕ ਦਿੰਦੇ ਉਂਗਲ ਚੁੱਕ ਦਿੰਦੇ ਕਿਆ ਇਹਨੂੰ ਕਿਵੇਂ ਸੋਚਦੇ ਹੋ ਡਰ ਲੱਗਦਾ ਜਾਂ ਕੋਈ ਚੀਜ਼ ਹੈ ਨਹੀਂ ਜੀ ਕੋਈ ਐਸੀ ਡਰਨ ਵਾਲੀ ਗੱਲ ਨਹੀਂ ਬਿਲਕੁਲ ਆਪਣੇ ਵੱਲੋਂ ਦਿਲੋਂ ਕੋਸ਼ਿਸ਼ ਹੋਏਗੀ ਜੀ ਸਾਡੀ ਹਰ ਪੱਖੋਂ ਵੀ ਇਹ ਪੂਰੀ ਫੇਅਰਨੈਸ ਨਾਲ ਹੋਵੇ ਜੀ ਇਲੈਕਟੋਰਲ ਵੋਟਰ ਉਹੀ ਬਣਨ ਜੋ ਕਾਨੂੰਨ ਕਹਿੰਦਾ ਹੈਗਾ ਜੀ ਔਰ ਉਸ ਦੇ ਮੂਜਬ ਹੀ ਸਹੀ ਵੋਟਾਂ ਪੈਣ ਜੀ ਔਰ ਮੈਂ ਸਭ ਨੂੰ ਸਿਫਾਰਿਸ਼ ਕਰਾਂਗਾ ਜੀ ਸਭ ਨੂੰ ਬੇਨਤੀ ਕਰਾਂਗਾ ਕਿ ਉਸ ਨੂੰ ਫੇਅਰਨੈਸ ਨਾਲ ਆਪਣਾ ਯੋਗਦਾਨ ਦੇਣ ਆਪਣੀ ਕੰਟਰੀਬਿਊਸ਼ਨ ਦੇਣ ਕਿਉਂਕਿ ਤੁਸੀਂ ਜੱਜ ਰਹੇ ਹੋ ਇੰਨੇ ਸਾਲ ਪੋਲਿਟਿਕਸ ਤੋਂ ਦੂਰ ਰਹੇ ਹੋ ਹੈ ਨਾ ਪੋਲੀਟੀਕਲੀ ਇਨਵੋਲਵ ਕਿਤੇ ਨਹੀਂ ਹੋਏ ਪਰ ਹੁਣ ਜਦੋਂ ਡਾਇਰੈਕਟਲੀ ਪੋਲਿਟਿਕਸ ਦੇ ਨਾਲ ਇਨਵੋਲਵ ਹੋਣਾ ਤੇ ਲੱਗਦਾ ਨਹੀਂ ਕਿ ਪੋਲਿਟਿਕਸ ਦੇਖੋ ਪੋਲਿਟਿਕਸ ਨਾਲ ਮੇਰਾ ਕੋਈ ਇਨਵੋਲਵਮੈਂਟ ਨਹੀਂ ਹੈ ਜੀ ਇੱਥੇ ਵੀ ਬਿਲਕੁਲ ਨਿਊਟਰਲ ਹੀ ਰਹਿਣਾ ਹੈ ਜੀ ਕਿਸੇ ਪੋਲਿਟਿਕਸ ਨਾਲ ਨਹੀਂ ਦੌੜਨਾ ਕਿਸੇ ਨਾਲ ਸਭ ਨੂੰ ਆਪਣਾ ਸਾਥ ਲੈ ਕੇ ਸਭ ਦੀ ਰਾਏ ਲੈ ਕੇ ਅਸੀਂ ਚੱਲਾਂਗੇ ਜੀ ਹਰ ਇੱਕ ਦੀ ਜੋ ਹੈਗੀ ਸਹੀ ਫੈਸਲਾ ਪੂਰੀ ਇਮਾਨਦਾਰੀ ਔਰ ਸੱਚਾਈ ਨਾਲ ਕਰਾਂਗੇ ਜੀ ਕੋਈ ਅਸੀਂ ਤੁਹਾਡੇ ਕੋਲ ਇੱਕ ਹੋਰ ਅਹੁਦਾ ਹੈਗਾ ਪੰਜਾਬ ਦੇ ਰੈਵਨਿਊ ਕਮਿਸ਼ਨ ਦੇ ਵਿੱਚ ਤੁਸੀਂ ਕਮਿਸ਼ਨਰ ਰਹੇ ਹੋ ਤੁਸੀਂ ਫਿਲਹਾਲ ਅਜੇ ਵੀ ਕਮਿਸ਼ਨਰ ਹੈਗੇ ਹੋ ਰੈਵਨਿਊ ਕਮਿਸ਼ਨ ਦੇ ਵਿੱਚ ਫॉर द ਟਾਈਮ ਬਿੰਗ ਜੀ ਵਾਈਂਡਿੰਗ ਅਪ ਹੀ ਕਰਨੀ ਹੈਗੀ ਉਹ ਛੱਡ ਰਹੇ ਹੋ ਉਹਦਾ ਛੱਡ ਦਿਓਗੇ ਹੌਲੀ ਇਨ ਡਿਊ ਕੋਰਸ ਉਹ ਛੱਡਣਾ ਹੀ ਹੈਗਾ ਜੀ ਰੈਵਨਿਊ ਕਮਿਸ਼ਨ ਦੇ ਵਿੱਚ ਤੁਸੀਂ ਇੱਕ ਹੋਰ ਵੱਡਾ ਕੰਮ ਕੀਤਾ ਹੈ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਤੁਸੀਂ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਬਣਾਇਆ ਨਵਾਂ ਹਾਂਜੀ
ਇਹ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਐਕਟ ਕੀ ਹੈਗਾ ਜੋ ਜਸਟਿਸ ਐਸ ਸਾਰੋ ਨੇ ਬਣਾਇਆ? ਇਹਦੇ ਵਿੱਚ ਮੇਨ ਮੁੱਦਾ ਇਹ ਹੈਗਾ ਜੀ ਵੀ ਪੰਜਾਬ ਦੇ ਵਿੱਚ ਨਾ ਜੀ ਜਿਹੜਾ ਵੀ ਟੈਨੈਂਟ ਹੁੰਦਾ ਸੀ ਨਾ ਜੀ, ਜੇ ਉਹਦੇ ਨਾਮ 6 ਸਾਲ ਦੀ ਗੁਰਦੌਰੀ ਹੋ ਜਾਂਦੀ ਸੀ ਤਾਂ ਉਹਨੂੰ ਮਾਲਕਾਨਾ ਹੱਕ ਮਿਲ ਜਾਂਦਾ ਸੀ ਜੀ, ਪ੍ਰੋਪਰਾਈਟਰੀ ਰਾਈਟਸ ਮਿਲ ਜਾਂਦੇ ਸੀ ਵੀ ਉਹ ਪੰਜਾਬ ਆਕੂਪੈਂਸੀ ਟੈਨੈਂਟ ਵੇਸਟਿੰਗ ਆਫ ਪ੍ਰੋਪਰਾਈਟਰੀ ਰਾਈਟਸ ਐਕਟ ਦੇ। ਸੋ ਇਸ ਕਰਕੇ ਨਾ ਜੀ ਜ਼ਿਮੀਂਦਾਰ ਜਿਹੜੇ ਸੀ ਜੇ ਉਹ ਆਪਣਾ ਜ਼ਮੀਨ ਠੇਕੇ ਤੇ ਦਿੰਦੇ ਵੀ ਸੀ ਜਾਂ ਅੱਜ ਵੀ ਦਿੰਦੇ ਨੇ, ਉਹ ਟੈਨੈਂਟ ਦਾ ਨਾਮ ਕਾਗਜ਼ਾਂ ਵਿੱਚ ਨਹੀਂ ਆਉਣ ਦਿੰਦੇ ਵੀ ਕੱਲ੍ਹ ਨੂੰ ਇਹ ਮਾਲਕਾਨਾ ਹੱਕ ਨਾ ਮੰਗੇ। ਕੋਈ ਵੀ ਆਪਣੀ ਜ਼ਮੀਨ ਠੇਕੇ ਤੇ ਨਹੀਂ ਦੇਗਾ ਵੀ ਜੇ ਉਹਦੇ ਮਾਲਕਾਨਾ ਹੱਕ ਖਤਮ ਹੋ ਜਾਣਗੇ। ਇਸ ਲਈ ਇਹ ਅਸੀਂ ਉਸ ਨੂੰ ਅਬੋਲਿਸ਼ ਕਰ ਰਹੇ ਹਾਂ ਜੀ। ਨੰਬਰ 1 ਵੀ ਕਿਸੇ ਵੀ ਕੀਮਤ ਤੇ ਜਿਹੜਾ ਜ਼ਮੀਨ ਠੇਕੇ ਤੇ ਦੇਗਾ ਉਹਨੂੰ ਜਿਹੜਾ ਟੈਨੈਂਟ ਹੋਏਗਾ, ਉਹਦਾ ਜਿਹੜਾ ਲੈਸੀ ਹੋਏਗਾ, ਉਹਨੂੰ ਮਾਲਕਾਨਾ ਹੱਕ ਨਹੀਂ ਮਿਲੇਗਾ ਐਂਡ ਇਟ ਵਿਲ ਨਾਟ ਇੰਪੈਕਟ ਦੀ ਓਨਰਸ਼ਿਪ ਰਾਈਟਸ ਆਫ ਦੀ ਲੈਂਡ ਓਨਰ। ਇਹਦੇ ਨਾਲ ਨਾ ਜੀ ਬੜਾ ਵੱਡਾ ਜਿਹੜੇ ਸਾਡੇ ਸਿੱਖ ਬਾਹਰ ਗਏ ਹੋਏ ਨੇ ਨਾ ਜੀ, ਜ਼ਿਮੀਂਦਾਰ ਸਿੱਖ ਕੀ ਜਿਹੜੇ ਵੀ ਜ਼ਿਮੀਂਦਾਰ ਗਏ ਨੇ ਬਾਹਰ ਆਊਟ ਆਫ ਦਾ ਕੰਟਰੀ, ਔਰ ਉਹਨਾਂ ਦੀ ਲੈਂਡ ਇੱਥੇ ਹੈਗੀ ਜਿਹੜੇ ਉਹ ਠੇਕੇ ਤੇ ਨਹੀਂ ਦੇ ਸਕਦੇ, ਉਹ ਠੇਕੇ ਤੇ ਦੇ ਕੇ ਜਾ ਸਕਦੇ ਨੇ ਔਰ ਉਹਦੇ 'ਚ ਰਜਿਸਟਰਡ ਐਗਰੀਮੈਂਟ ਹੋਏਗੀ ਜਿਹੜੀ ਅਸੀਂ ਰਿਕਮੈਂਡ ਕੀਤੀ ਹੈ। ਨੀਤੀ ਆਯੋਗ ਨੇ ਕਿਹਾ ਹੈਗਾ ਵੀ ਇਸ ਨੂੰ ਤੁਸੀਂ ਹਰ ਸਟੇਟ ਇਸ ਨੂੰ ਇੰਪਲੀਮੈਂਟ ਕਰੇ। ਉਹਨਾਂ ਨੇ ਕਿਹਾ ਹੈਗਾ that this was considered as a feudal legacy in the past, today it is an economic necessity। ਹਾਂਜੀ, ਫਿਰ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹ ਕਈ ਦਫਾ ਆਪਣੇ ਇੰਨਾ ਨਹੀਂ ਕਰ ਸਕਦੇ ਹੋਰ ਕੰਮ 'ਚ, ਉਹ ਆਪਣੇ ਜਿਹੜਾ ਛੋਟਾ ਵੀ ਰਕਬਾ ਹੈਗਾ ਉਹ ਠੇਕੇ ਤੇ ਦੇ ਕੇ ਆਪਣਾ ਆਰਾਮ ਨਾਲ ਜਾ ਸਕਦੇ ਨੇ। ਰਜਿਸਟਰਡ ਐਗਰੀਮੈਂਟ ਹੋਏਗਾ ਜੇ 1 ਸਾਲ ਤੋਂ ਵੱਧ ਲੀਜ਼ ਹੋਏਗੀ। ਅੱਛਾ, ਇਹਦਾ ਫਿਰ 1 ਸਾਲ ਤੋਂ ਵੱਧ ਲੀਜ਼ ਕਰਨੀ ਹੈ ਤਾਂ ਐਗਰੀਮੈਂਟ ਕਰਨਾ ਪਏਗਾ, ਰਜਿਸਟਰਡ ਐਗਰੀਮੈਂਟ ਕਰਨਾ ਪਏਗਾ। ਹਾਂ, 1 ਸਾਲ ਤੋਂ ਘੱਟ ਉਹ ਰਜਿਸਟ੍ਰੇਸ਼ਨ ਐਕਟ ਦਾ ਹੀ ਇਹ ਜੀ ਹੈਗਾ ਵੀ ਜੇ ਲੀਜ਼ 1 ਸਾਲ ਤੋਂ ਬਾਅਦ 11 ਮਹੀਨੇ ਤੋਂ ਵੱਧ ਹੋਵੇ ਤਾਂ ਉਹ ਰਜਿਸਟਰਡ ਐਗਰੀਮੈਂਟ ਨਾਲ ਹੁੰਦੀ ਹੈ। ਸੋ ਉਹੀ ਅਸੀਂ ਇਹਦੇ 'ਚ ਪ੍ਰੋਵੀਜ਼ਨ ਰੱਖੇ ਨੇ ਜੋ ਇੰਡੀਅਨ ਰਜਿਸਟ੍ਰੇਸ਼ਨ ਐਕਟ ਦੇ ਨੇ। ਤਾਂ ਇਹਦੇ ਵਿੱਚ ਨਾ ਜੀ ਖਰਾਬਾ ਦਾ ਜਿਹੜੇ ਫਸਲ ਸੀ ਨਾ ਜੀ, ਹੁੰਦਾ ਕੀ ਸੀ ਜਦ ਖਰਾਬੇ ਦਾ ਮੁਆਵਜ਼ਾ ਮਿਲਦਾ ਸੀ ਲੋਕਾਂ ਨੂੰ, ਉਹ ਮੁਆਵਜ਼ਾ ਸਿਰਫ ਜਿਹੜਾ ਨਾਮ ਤੇ ਗੁਰਦੌਰੀ ਸੀ ਉਹਨੂੰ ਮਿਲਦਾ ਸੀ, ਉਹ ਮਾਲਕ ਨੂੰ ਮਿਲਦਾ ਸੀ। ਕਾਸ਼ਤ ਜੇ ਕੋਈ ਹੋਰ ਕਰਦਾ ਸੀ ਉਹਨੂੰ ਮੁਆਵਜ਼ਾ ਨਹੀਂ ਸੀ ਮਿਲਦਾ। ਉਹ ਹੁਣ ਮੁਆਵਜ਼ਾ ਜਿਹੜਾ ਹੈ ਨਾ ਜੀ, ਜਿਹੜਾ ਕਾਸ਼ਤ ਜੀ ਦੀ ਰਿਕਾਰਡਡ ਹੈ ਉਸ ਨੂੰ ਮਿਲੇਗਾ ਜੀ। ਠੀਕ ਹੈ, ਇਹ ਬੜੇ ਵੱਡਾ ਉਹ ਹੋਏਗਾ। ਫਿਰ ਜਿਹੜੀ ਸੈਂਟਰ ਕਹਿ ਰਹੇ ਦੇ ਹੈਗਾ ਵੀ ਜਿਹੜੀ MSP ਦੇਣੀ ਹੈਗੀ ਅਸੀਂ ਉਹਨਾਂ ਨੂੰ ਦੇਵਾਂਗੇ ਜਿਨ੍ਹਾਂ ਦਾ ਨਾਮ ਕਾਗਜ਼ਾਂ 'ਚ ਬੋਲਦਾ। ਉਹਦੇ ਲਈ ਇਹ ਬੜਾ ਜ਼ਰੂਰੀ ਹੈਗਾ ਵੀ ਇਹ ਸਾਰੇ ਕਾਗਜ਼ਾਂ 'ਚ ਜਿਸਨੇ ਉਹਨਾਂ ਠੇਕੇ ਤੇ ਵੀ ਜ਼ਮੀਨ ਲੈ ਕੇ ਜਿਹੜਾ ਖੇਤੀ ਕਰ ਰਿਹਾ ਉਹ ਤੇ MSP ਫਿਰ ਉਹਨੂੰ ਵੀ ਮਿਲੇਗੀ ਜੀ। ਹਾਂਜੀ, ਉਹ ਠੇਕੇਦਾਰ ਜਿੰਨਾ ਠੇਕਾ ਹੈਗਾ ਉਹ ਮਿਲੇਗੀ। ਸੋ ਇਸ ਲਈ ਇਹ ਜਿਹੜੇ ਹੈ ਪੁਰਾਣੇ 6 ਕਾਨੂੰਨ ਨੇ ਜਿਹੜੇ ਇਹਦੇ 'ਚ ਰਿਪੀਲ ਹੋਣਗੇ ਜੀ। ਜਿਹੜੇ ਸਭ ਤੋਂ ਪਹਿਲਾਂ ਤਾਂ ਪੰਜਾਬ ਟੈਨੈਂਸੀ ਐਕਟ ਜੋ 1887 ਦਾ ਹੈਗਾ, ਉਹਨੇ ਆਪਣਾ ਜਿਹੜੇ ਪੁਰਾਣੇ 6 ਸੀਗੇ ਕਾਨੂੰਨ ਬਣੇ ਹੋਏ ਉਹ ਰੱਦ ਹੋ ਜਾਣਗੇ ਔਰ ਇਹ ਨਵਾਂ ਐਕਟ ਉਹਦੀ ਜਗ੍ਹਾ ਲੈ ਲਏਗਾ। ਹਾਂਜੀ, ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰਸ ਐਕਟ, ਪੰਜਾਬ ਆਕੂਪੈਂਸੀ ਟੈਨੈਂਟ ਵੇਸਟਿੰਗ ਆਫ ਪ੍ਰੋਪਰਾਈਟਰੀ ਰਾਈਟਸ ਐਕਟ, ਹਾਂਜੀ, ਪੈਪਸੂ ਟੈਨੈਂਸੀ ਐਂਡ ਐਗਰੀਕਲਚਰਲ ਟੈਨੈਂਸੀ ਐਕਟ, ਇਹ ਸਾਰੇ ਰਿਪੀਲ ਕਰਕੇ ਇੱਕ ਕੰਸੋਲੀਡੇਟਿਡ ਐਕਟ ਫॉर ਦੀ ਇੰਟਾਇਰ ਸਟੇਟ ਆਫ ਪੰਜਾਬ। ਔਰ ਇਹਦੇ ਵਿੱਚ ਜਿੰਨੀ ਟਰਮ ਫਿਕਸ ਹੋਏਗੀ ਜੀ ਕਿਰਾਏ ਦੀ ਵੀ ਜੀ, ਜੇ 2 ਸਾਲ ਦੀ ਠੇਕਾ ਤਾਂ 2 ਸਾਲ ਬਾਅਦ ਉਹਨੂੰ ਖਾਲੀ ਕਰਨਾ ਪਏਗਾ ਔਰ ਕਾਗਜ਼ਾਂ ਵਿੱਚ ਉਹਦੀ ਮਲਕੀਅਤ, ਉਹਦੇ ਕਬਜ਼ਾ ਦਰਜ ਕੀਤਾ ਜਾਏਗਾ ਐਕਟ ਮੁਜਬ। ਔਰ ਮੈਕਸਿਮਮ ਪੀਰੀਅਡ ਰੱਖਿਆ ਹੈਗਾ 15 ਸਾਲ ਦਾ, ਔਰ ਜੇ ਦੋਨਾਂ ਧਿਰਾਂ ਸਹਿਮਤ ਨੇ ਫਿਰ ਉਹ 15 ਸਾਲ ਤੋਂ ਵੱਧ ਵੀ ਕੀਤਾ। ਮਤਲਬ ਇੱਕ ਐਗਰੀਮੈਂਟ ਜਿਹੜਾ ਉਹ 15 ਸਾਲ ਦਾ ਕੀਤਾ ਜਾ ਸਕਦਾ ਮੈਕਸਿਮਮ ਆਊਟਰ ਐਗਰੀਮੈਂਟ, ਉਹ ਭਾਵੇਂ 1 ਸਾਲ ਦਾ ਕਰੇ, 15 ਸਾਲ ਬਾਅਦ ਉਹਨੂੰ ਰੀਨਿਊ ਕਰ ਸਕਦਾ। 15 ਸਾਲ ਬਾਅਦ ਉਹ ਰੀਨਿਊ ਕਰੇਗਾ, ਨਹੀਂ ਉਹ ਆਟੋਮੈਟਿਕਲੀ ਖਤਮ ਹੋ ਜਾਏਗਾ ਤਾਂ ਕਿ ਕਿਸੇ ਵੀ ਕੀਮਤ ਤੇ ਉਹ ਜ਼ਿਮੀਂਦਾਰ ਨੂੰ ਜਿਹੜਾ ਮਲਕ ਹੈਗਾ ਉਹਨੂੰ ਜ਼ਮੀਨ ਆਪਣੀ ਵਾਪਸ ਆ ਜਾਏ। ਅਸੀਂ ਬੈਲੈਂਸ ਕੀਤੇ ਨੇ ਰਾਈਟਸ ਆਪਣੇ ਜਿਹੜਾ ਟੈਨੈਂਟ ਹੈ ਔਰ ਜਿਹੜਾ ਮਾਲਕ ਹੈ, ਦੋਨਾਂ ਦੇ ਰਾਈਟਸ ਨੂੰ ਬੈਲੈਂਸ ਕੀਤਾ ਵੀ ਤਾਂ ਕਿ ਕਿਸੇ ਦਾ ਪੱਲੜਾ ਭਾਰੀ ਨਾ ਹੋਵੇ ਔਰ ਦੋਨੋਂ ਆਪਣੇ ਐਗਰੀਮੈਂਟ ਦੇ ਮੁਜਬ ਚੱਲਣ। ਲਿਖਤੀ ਰੂਪ 'ਚ ਐਗਰੀਮੈਂਟ ਦਾ ਮਾਡਲ ਫਾਰਮ ਅਸੀਂ ਦਿੱਤਾ ਹੈਗਾ। ਉਹ ਮਾਡਲ ਫਾਰਮ ਦਾ ਇਹ ਫਾਇਦਾ ਹੈਗਾ ਵੀ ਜੇ ਕੋਈ ਵੱਡਾ ਜ਼ਿਮੀਂਦਾਰ ਜਾਂ ਕੋਈ ਕੰਪਨੀ ਵੀ ਜੇ
ਠੇਕੇ ਤੇ ਜ਼ਮੀਨ ਲੈਂਦੀ ਹੈਗੀ ਹੂੰ ਉਹ ਆਪਣੀਆਂ ਕੰਡੀਸ਼ਨਸ ਨਾਲ ਲੈ ਕੇ ਆਉਣ ਹੂੰ ਜਿਹੜੀਆਂ ਜ਼ਿਮੀਂਦਾਰ ਤੇ ਉਸ ਹੋਣ ਉਹ ਕੰਡੀਸ਼ਨਸ ਜਿਹੜਾ ਮਾਡਲ ਐਗਰੀਮੈਂਟ ਰੂਲਸ ਦੇ ਤਹਿਤ ਦਿੱਤਾ ਹੈ ਉਸ ਦੇ ਮੁਜਬ ਐਗਰੀਮੈਂਟ ਹੋਵੇਗਾ। ਹੂੰ ਸੋ ਕੰਪਨੀ ਇਹ ਨਹੀਂ ਕਹਿ ਸਕਦੀ ਵੀ ਜੇ ਨਹੀਂ ਠੀਕ ਤਾਂ ਮਾਲਕ ਬਣ ਜਾਏਗੀ ਜਾਂ ਹੋਰ ਉਹ ਸਾਰਾ ਅਸੀਂ ਇਹਦੇ 'ਚ ਕੀਤਾ ਵੀ ਨਹੀਂ ਇਹ ਐਗਰੀਮੈਂਟ ਦਾ ਜਿਹੜਾ ਮਾਡਲ ਹੈਗਾ ਹੂੰ ਉਹਦਾ ਪਰਫੋਰਮਾ ਦਿੱਤਾ ਹੈਗਾ ਹੂੰ ਰੂਲਸ ਦੇ ਵਿੱਚ ਵੀ ਉਹ ਇਟ ਹੈਵ ਟੂ ਬੀ ਅਕੋਰਡਿੰਗ ਟੂ ਦੈਟ ਪਰਫੋਰਮਾ ਐਂਡ ਫਾਰਮੈਟ। ਇਹ ਮਤਲਬ ਇਹਨੂੰ ਜਿਸ ਤਰ੍ਹਾਂ ਦੇ ਨਾਲ ਹੁਣ ਕਿਸਾਨ ਅੰਦੋਲਨ ਕਰ ਰਹੇ ਨੇ, ਕਿਸਾਨਾਂ ਨੂੰ ਡਰ ਹੈ ਸਾਡੀ ਜ਼ਮੀਨ ਖੋਈ ਜਾ ਸਕਦੀ, ਕੱਲ ਨੂੰ ਅਗਰ ਜੇ ਇਸ ਤਰ੍ਹਾਂ ਹੁੰਦਾ ਕੋਈ ਕਿਸਾਨ ਆਪਣੀ ਨਹੀਂ, ਜ਼ਮੀਨ see, ਠੇਕੇ ਤੇ ਕਿਸੇ ਕੰਪਨੀ ਨੂੰ ਵੀ ਦਿੰਦਾ ਤੇ ਕੰਪਨੀ ਉਸ ਜ਼ਮੀਨ ਨੂੰ ਹੜਪ ਨਹੀਂ ਸਕਦੀ, ਉਹ ਠੇਕੇ ਤੇ ਹੀ ਰਹੇਗੀ, ਮਾਲਕ ਨਹੀਂ ਬਣ ਸਕਦਾ ਕਾਨੂੰਨੀ ਤੌਰ ਤੇ। ਪਹਿਲੀ ਗੱਲ ਤਾਂ ਕਿਸੇ ਕਿਸਾਨ ਨੂੰ ਕੋਈ ਉਹ ਜ਼ਰੂਰੀ ਨਹੀਂ ਵੀ ਠੇਕੇ ਤੇ ਕੰਪਨੀਆਂ ਨੂੰ ਦੇਵੇ, ਕੋਈ ਉਹਦੀ ਨੋ ਕੰਪਲਸ਼ਨ ਆਉਂਦਾ, ਉਹਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਦੇਵੇ ਹਾਂਜੀ। ਪਰ ਜੇ ਕਿਸੇ ਨੇ ਦੇ ਵੀ ਦਿੱਤੀ ਉਹਦੇ ਵਿੱਚ ਜੋ ਕੰਪਨੀ ਐਗਰੀਮੈਂਟ ਕਰਾਏਗੀ ਉਹ ਨਹੀਂ ਹੋਏਗੀ, ਉਹ ਐਗਰੀਮੈਂਟ ਅਕੋਰਡਿੰਗ ਟੂ ਦ ਰੂਲਸ ਹੋਏਗੀ ਜਿਹਦੇ ਵਿੱਚ ਫਾਰਮੈਟ ਦਿੱਤਾ ਹੋਇਆ ਤਾਂ ਕਿ ਉਹਦਾ ਜਿਹੜਾ ਜ਼ਿਮੀਂਦਾਰ ਦਾ ਮਾਲਕਾਨਾ ਹੱਕ ਨੇ ਉਹ ਪੂਰੇ ਕਾਇਮ ਰਹਿਣ। ਸਾਡਾ ਇਹ ਪੂਰਾ ਜ਼ੋਰ ਹੈਗਾ ਵੀ ਇਹ ਬੈਲੈਂਸ ਰਹੇ ਵੀ ਕਿਰਾਏਦਾਰ ਜਿਹੜਾ ਹੈ ਠੇਕੇਦਾਰ ਜਿਹੜਾ ਲੈਂਦਾ ਹੈਗਾ ਉਹ ਵੀ ਆਪਣੇ ਕੁਛ ਕਦਮਾਂ ਨਿਯਮਾਂ 'ਚ ਰਹੇ ਔਰ ਮਲਕੀਅਤ ਨਾ ਕਰੇ, ਔਰ ਜਿਹੜਾ ਮਾਲਕ ਹੈ ਉਹ ਜਦ ਠੇਕੇ ਤੇ ਦੇਵੇ ਉਹਦੇ ਵੀ ਹੱਕ ਮਹਿਫੂਜ਼ ਰਹਿਣ। ਕਦੋਂ ਤੱਕ ਇਹ ਕਾਨੂੰਨ ਜਿਹੜੇ ਨੇ ਉਹ ਅਮਲ 'ਚ ਆ ਜਾਣੇ? ਇਹ ਹੋ ਜਾਣੇ ਚਾਹੀਦੇ ਨੇ ਜੀ। ਕੈਬਨਿਟ ਵਿੱਚ ਇੱਕ ਵਾਰੀ ਡਿਸਕਸ ਹੋ ਗਿਆ ਹੈਗਾ, ਕੈਬਨਿਟ ਨੇ ਕੁਛ ਸਵਾਲ ਕਿਉਂਕਿ ਕਾਫੀ ਵੱਡਾ ਚੇਂਜਿਸ ਹੈਗਾ ਤੇ ਇਹਦੇ ਕੈਬਨਿਟ ਨੇ ਕੁਝ ਸਵਾਲ ਉੱਠੇ ਨੇ ਪਰ ਉਹ ਪੂਰੀ ਹਾਲੇ ਇਹਦੇ ਤੇ ਤਵੱਜੋ ਨਹੀਂ ਦੇ ਸਕੇ ਕਿਉਂਕਿ ਕੋਵਿਡ ਕਰਕੇ ਇਹਦੀ ਕੋਈ ਮੀਟਿੰਗ ਨਹੀਂ। ਕੈਬਨਿਟ ਦੀ ਸਬ ਕਮੇਟੀ, ਕੈਬਨਿਟ ਨੇ ਸਬ ਕਮੇਟੀ ਨੂੰ ਰੈਫਰ ਕਰਤਾ ਹੈਗਾ ਜੀ ਐਂਡ ਉਹ ਸਬ ਕਮੇਟੀ ਦੇ ਕੋਲੇ ਪੈਂਡਿੰਗ ਹੈਗਾ ਜੀ। ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ, ਇੱਕ ਫਾਈਨਲ ਸੈਸ਼ਨ, ਆਖਰੀ ਸੈਸ਼ਨ ਜਿਹੜਾ ਆਉਣਾ, ਉਸ ਸੈਸ਼ਨ ਦੇ ਵਿੱਚ ਇਹ ਤੁਹਾਡਾ ਜਿਹੜਾ ਬਿੱਲ ਹੈ ਉਹ ਆਏਗਾ ਬਿੱਲ ਦੇ ਰੂਪ ਵਿੱਚ? ਇਹ ਦੇਖੋ ਜੀ ਇਹ ਕਹਿ ਨਹੀਂ ਸਕਦੇ, ਇਹ ਤਾਂ ਦੇਖੋ ਸਰਕਾਰ ਦੀ ਮਰਜ਼ੀ ਹੈ ਜੀ। ਅਸੀਂ ਤਾਂ ਸਿਰਫ ਰਿਕਮੈਂਡੇਸ਼ਨ ਹੀ ਕਰ ਸਕਦੇ ਨਾ, ਅਸੀਂ ਤਾਂ ਆਪਣਾ ਐਕਟ ਰਿਕਮੈਂਡ ਕਰਕੇ ਦੇਤਾ ਹੈਗਾ। ਇਟ ਇਜ਼ ਅਪ ਟੂ ਦੀ ਗਵਰਨਮੈਂਟ ਟੂ accept that recommendation or defer it, keep it pending ਵੀ ਜਦੋਂ ਹਾਲੇ। ਸੋ ਇਹ that is political decision ਹੁੰਦੇ ਹੈ ਜੀ, ਗਵਰਨਮੈਂਟ decision ਹੁੰਦੇ ਨੇ, we cannot interfere in that। ਆਖਰੀ ਸਵਾਲ, ਔਰ ਆਖਰੀ ਸਵਾਲ ਮੈਂ ਗੁਰਦੁਆਰਾ ਇਲੈਕਸ਼ਨ ਨਾਲ ਜੋੜ ਕੇ ਹੀ ਕਰਨਾ ਚਾਹੁੰਦਾ, ਜਿਹੜਾ ਤੁਸੀਂ ਗੁਰਦੁਆਰਾ ਇਲੈਕਸ਼ਨ ਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਨੇ, ਜਿਹੜੇ ਡੀਸੀਸ ਨੂੰ ਆਰਡਰ ਦੇਣੇ, ਸੂਚੀਆਂ ਬਣਾਉਣ ਦੀਆਂ ਤਿਆਰੀਆਂ, ਉਹਦਾ ਤੁਸੀਂ ਕਦੋਂ ਤੋਂ ਕਰ ਰਹੇ ਹੋ? ਅਸੀਂ ਸਾਡਾ ਨਾ ਜੀ ਸਟਾਫ ਉਹ ਕਰ ਰਹੇ ਨੇ ਜੀ, ਵੀ ਸੈਕਟਰੀ ਅਪਾਇੰਟ ਕਰਨਾ ਹੈਗਾ ਜੀ ਗੁਰਦੁਆਰਾ ਦਾ, ਉਹਨਾਂ ਨੇ ਦੇਣਾ ਹੈਗਾ ਜੀ ਸਾਨੂੰ। ਜਦ ਵੀ ਇਹ ਸਟਾਫ ਮਿਲ ਜਾਏਗਾ ਜੀ ਅਸੀਂ, ਮੇਰਾ ਖਿਆਲ ਹੈ ਕੋਸ਼ਿਸ਼ ਹੋਏਗੀ ਜੀ 10-15 ਦਿਨ ਦੇ ਵਿੱਚ ਅਸੀਂ ਇਹ ਕਰ ਦਾਂਗੇ ਜੀ ਬੜੀ ਜਲਦੀ, ਕਿਉਂਕਿ ਹੁਣ ਹੋਮ ਡਿਪਾਰਟਮੈਂਟ ਪੂਰੇ ਤਵੱਜੋ ਨਾਲ ਔਰ ਬੜੇ ਉਸ ਨਾਲ ਅਹਿਮੀਅਤ ਦੇ ਰਹੀ ਹੈਗੀ ਜੀ, ਕਿਉਂਕਿ ਇਹ ਹਰ ਇੱਕ ਦੀ ਇਹ ਮੰਗ ਹੈਗੀ ਕਿ ਇਹ ਇਲੈਕਸ਼ਨਸ ਹੋਣੀਆਂ ਚਾਹੀਦੀਆਂ ਹੈਗੀਆਂ ਔਰ ਅਸੀਂ ਇਸ 'ਚ ਪੂਰਾ ਸਹਿਯੋਗ ਦੇਵਾਂਗੇ ਜੀ ਤਾਂ ਕਿ ਇਹ ਇਲੈਕਸ਼ਨ ਹੋਣ ਔਰ ਅਸੀਂ ਔਰ ਫੇਅਰ ਇਲੈਕਸ਼ਨ ਹੋਣ ਜੀ। ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਟਾਈਮ ਦੇਣ ਲਈ। ਸੋ ਇਹ ਸਨ ਜਸਟਿਸ ਐਸ ਸਾਰੋਂ, ਕਹਿੰਦੇ ਅਗਲੇ 10 ਤੋਂ 15 ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦੇਣਗੇ। ਕੁਝ ਸਟਾਫ ਜਿਹੜਾ ਉਹਦੀ ਕਮੀ ਹੈ, ਉਸ ਦੀ ਕਮੀ ਦੀ ਉਹਨਾਂ ਨੂੰ ਆਸ ਹੈ ਕਿ ਕੁਝ ਦਿਨਾਂ ਦੇ ਵਿੱਚ ਪੂਰੀਆਂ ਹੋਣਗੀਆਂ, ਪਰ ਵੱਡਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਸ ਨੂੰ ਲੈ ਕੇ ਜਿਹੜਾ ਹੈਗਾ ਸੀਗਾ ਉਹ ਹੈ ਸਹਿਜਧਾਰੀ ਸਿੱਖਾਂ ਦੇ ਵੋਟ ਕਰਨਗੇ ਜਾਂ ਨਹੀਂ ਕਰਨਗੇ, ਜਾਂ ਹਰਿਆਣਾ ਦੇ ਵਿੱਚ ਜਿਹੜੀ ਵੱਖਰੀ ਗੁਰਦੁਆਰਾ ਕਮੇਟੀ ਦਾ ਮਸਲਾ ਹੈਗਾ ਕਿ ਉਹ SGPC ਦੇ ਨਾਲ ਵੋਟ ਕਰਨਗੇ ਜਾਂ ਵੱਖਰੀ ਗੁਰਦੁਆਰਾ ਕਮੇਟੀ ਦੇ ਲਈ ਵੋਟ ਕਰਨਗੇ। ਇਹ ਮਸਲੇ ਫਿਲਹਾਲ ਉਲਝੇ ਹੋਏ ਨੇ ਉਸੇ ਤਰ੍ਹਾਂ ਦੇ ਨਾਲ, ਕਿਉਂਕਿ ਦੋਨੋਂ ਵਿਵਾਦ ਹਜੇ ਕੋਰਟਸ ਦੇ ਵਿੱਚ, ਇੱਕ ਕੇਸ ਹਾਈ ਕੋਰਟ ਦੇ ਵਿੱਚ ਹੈ, ਇੱਕ ਸੁਪਰੀਮ ਕੋਰਟ ਦੇ ਵਿੱਚ ਹੈ। ਲਿਹਾਜ਼ਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਇਹ ਸੋਚ ਰਿਹਾ ਹੈ ਕਿ ਇਸ ਦੋਨਾਂ ਵਿਵਾਦਾਂ ਨੂੰ ਲੈ ਕੇ ਉਹ ਲੀਗਲ ਓਪੀਨੀਅਨ ਲੈਣਗੇ, ਉਸ ਦੇ ਆਧਾਰ ਤੇ ਹੀ ਜਿਹੜੀ ਹੈ ਅਗਲਾ ਫੈਸਲਾ ਲਿਆ ਜਾਏਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।